ਵਕੀਲ ਸਾਹਿਬ ਨੂੰ ਲੋੜ ਪੈ ਗਈ ਹੈ ਖਾਕੀ ਵਰਦੀ ਵਾਲੇ ਗਾਰਡਸ ਦੀ। ਲੋੜ ਵੀ ਕਿਉਂ ਪਈ ਹੈ? ਵਕੀਲ ਸਾਹਿਬ ਦੀ ਗੱਡੀ ਚੋਂ ਮਿਲਿਆ 1 ਕਿਲੋ ਗਾਂਜਾ। ਦੇਖਣ ਨੂੰ ਤੇ ਕਹਿੰਦੇ ਗਾਂਜਾ ਲੱਗਦਾ ਹੈਗਾ। ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਗਾਂਜੇ ਦੀ ਕਦੀ ਸ਼ਕਲ ਨਹੀਂ ਦੇਖੀ ਅੱਜ ਤੱਕ। ਤੇ ਕਹਿੰਦੇ ਜੀ ਫਿਰ ਉਹਨਾਂ ਨੇ ਕਹਿੰਦੇ ਜੀ ਆ ਕੇ ਦੇਖੋ। ਮੈਂ ਕਿਹਾ ਮੈਂ ਤਾਂ ਨਹੀਂ ਆਵਾਂਗਾ ਕਿਉਂਕਿ ਇਹ ਪ੍ਰਾਪਰਟੀ ਮੇਰੀ ਨਹੀਂ ਹੈ, ਚੀਜ਼ ਮੇਰੀ ਨਹੀਂ ਹੈ, ਮੈਨੂੰ ਕੀ ਪਤਾ ਕੀ ਹੈਗਾ। ਐਡੀ ਕਿਹੜੀ ਤੁਹਾਡੀ ਦੁਸ਼ਮਣੀ ਪੈ ਗਈ ਕਿ ਲੋਕੀ ਤੁਹਾਡੇ ਲਈ ਸਾਜ਼ਿਸ਼ਾਂ ਰਚਣ ਲੱਗ ਪਏ? ਪੌਣੇ ਕੁ 11 ਵਜੇ ਦੋ ਪੁਲਿਸ ਵਾਲੇ ਮੇਰੇ ਘਰ ਆਏ ਨੇ। ਕਹਿੰਦੇ ਜੀ 68 ਨੰਬਰ ਗੱਡੀ ਤੁਹਾਡੀ ਆ ਹੋਂਡਾ? ਮੈਂ ਕਿਹਾ ਬਿਲਕੁਲ ਮੇਰੀ ਹੈ ਜੀ। ਕਹਿੰਦੇ ਤੇ ਇੱਕ ਵਾਰੀ ਆ ਜਾਓ, ਤੁਸੀਂ ਗੱਡੀ ਚੈੱਕ ਕਰਨੀ ਹੈ। ਮੈਂ ਕਿਹਾ ਕੀ ਪ੍ਰੋਬਲਮ ਹੋ ਗਈ? ਕਹਿੰਦੇ ਜੀ ਇੱਕ ਵਾਰੀ ਆ ਜਾਓ ਜੀ, ਤੁਹਾਡੀ ਗੱਡੀ 'ਚੋਂ ਨਿਕਲਿਆ ਹੈਗਾ। ਫਿਰ ਸਭ ਨੇ ਇਹ ਕਿਹਾ, ਕਹਿੰਦੀ ਜੀ ਗੱਡੀ 'ਚ ਨਿਕਲਿਆ, ਗੱਡੀ ਪਾਰਕ ਕਰਤੀ, ਪਤਾ ਨਹੀਂ ਹੁਣ ਕਿੱਥੇ ਕਿੱਥੇ ਗੱਡੀ ਪਾਰਕ ਹੋਈ ਹੈ, ਕੀ ਹੋਇਆ ਸਾਨੂੰ ਕੀ ਪਤਾ ਕੀ ਹੋਏਗਾ। ਤੇ ਮੈਨੂੰ ਲੱਗਦਾ ਕਿ ਅਗਰ ਉਹ ਇਸ ਪਲਾਂਟ ਕਰਨ ਦੇ ਵਿੱਚ ਮਤਲਬ ਉਹ ਅਨਸਕਸੈਸਫੁਲ ਹੋ ਗਿਆ ਹੈਗਾ ਤੇ ਉਹ ਵਾਕਈ ਉਹ ਡੈਸਪਰੇਟ ਹੋ ਜਾਏਗਾ, ਉਹ ਕੁਝ ਵੀ ਕਰ ਸਕਦਾ ਹੈਗਾ। ਇਸ ਕਰਕੇ ਮੈਨੂੰ ਲੱਗਦਾ ਹੈ ਉਹ ਮੈਨੂੰ ਐਲੀਮੀਨੇਟ ਕਰਨ ਦੀ ਵੀ ਕੋਸ਼ਿਸ਼ ਕਰ ਸਕਦਾ ਹੈ ਕਿ ਜੇ ਕੋਈ ਮੇਰੀ ਗੱਡੀ ਦੇ ਵਿੱਚ ਆ ਕੇ ਇਹੋ ਜਿਹਾ ਸਮਾਨ ਰੱਖ ਕੇ ਜਾ ਸਕਦਾ ਹੈ ਤੇ ਕੱਲ ਨੂੰ ਮੇਰਾ ਜਾਨ ਦਾ ਦੁਸ਼ਮਣ ਵੀ ਬਣ ਸਕਦਾ ਹੈ। ਤੇ ਮੈਂ ਦੇਖਿਆ ਕਿ ਜਦੋਂ ਮੈਂ 2:20 ਤੇ ਹਸਪੀਟਲ ਤੋਂ ਵਾਪਸ ਆਇਆ, ਇਮੀਡੀਏਟਲੀ ਆਫਟਰ 10 ਮਿੰਟ ਤੋਂ ਬਾਅਦ ਮੇਰੀ ਗੱਡੀ ਇੱਕ ਸਟ੍ਰੈਚ 'ਚ 20 ਵਾਰੀ ਬਲਿੰਕ ਹੋਈ ਹੈ। 1 ਵਜੇ ਤੋਂ ਬਾਅਦ ਫਿਰ 3-4 ਬੰਦੇ ਮੇਰੇ ਘਰ ਦੁਬਾਰਾ ਆਉਂਦੇ ਨੇ। ਮੈਂ ਆਪਣਾ ਕੈਮਰੇ CCTV 'ਚ ਅੰਦਰੋਂ ਸਕਰੀਨ ਤੇ ਦੇਖਿਆ। ਮੈਂ ਕਿਹਾ ਪੁਲਿਸ ਵਾਲੇ ਨੇ ਆਏ, ਫਿਰ ਆਏ ਨੇ। ਮੈਂ ਫਿਰ ਦਰਵਾਜ਼ਾ ਖੋਲ੍ਹਤਾ, ਫਿਰ ਉਹ ਮੈਨੂੰ ਕਹਿੰਦੇ ਜੀ ਗੱਡੀ 68 ਨੰਬਰ ਤੁਹਾਡੀ ਹੈ? ਮੈਂ ਕਿਹਾ ਬਿਲਕੁਲ ਮੇਰੀ ਹੈ ਜੀ। ਕਹਿੰਦੇ ਇੱਕ ਵਾਰੀ ਥੱਲੇ ਆਓਗੇ? ਮੈਂ ਕਿਹਾ ਯਾਰ ਕੋਈ ਫਿਲਮ ਥੋੜ੍ਹਾ ਚੱਲ ਰਹੀ ਹੈਗੀ ਹੈ, ਤੁਸੀਂ ਘੰਟੇ ਬਾਅਦ ਆਈ ਜਾਂਦੇ ਹੋ ਯਾਰ। ਤੇ ਕਹਿੰਦੇ ਨਹੀਂ ਜੀ DSP ਸਾਹਿਬ ਆਏ ਨੇ ਤੇ ਇੱਕ ਵਾਰੀ ਤੁਸੀਂ ਆ ਕੇ ਜਾਓ। अकबर इलाहाबादी ने लिखा कि हम आ भी करते हैं तो हो जाते हैं बदनाम, वो कत्ल भी करता है तो चर्चा नहीं होता। इस वक्त मैनू घेरा पिया होया, काले कोट पाए हुए है, अदालत दे विच आ, वकील साहब नाल बैठे है। वकील साहब नू लोड़ पै गई है खाकी वर्दी वाले गार्ड्स दी। लोड़ भी क्यों पई है? वकील साहब दी गड्डी चों मिलिया 1 किलो गांजा। वकील साहब कहंदे मेरा नहीं हैगा। पुलिस गिरफ्तार करन आई तो यार दोस्त आ गए, उन्होंने अंडरटेकिंग दी कि कोई गल नहीं, जो इन्वैसटीगेशन का हिस्सा बनाना होएगा उस वेले हाज़र हो जाएंगे तुहाडे सामने। और नाल दी नाल SSP चंडीगढ़ वालों इन्हां नूं 2 गार्ड्स भी सुरक्षा दे विच दे दिते है, क्योंकि इन्हां दा कहना है कि जे कोई मेरी गड्डी दे विच आके इहो जिहा समान रख के जा सकदा है तो कल नूं मेरा जान दा दुश्मन भी बन सकदा है। सैगल साहब काला कोट तुसीं पाया होया, ਅਸੀਂ ਤਾਂ ਚਲੋ ਆਮ ਨਾਗਰਿਕ ਹਾਂ, ਤੁਹਾਡੀ ਗੱਡੀ 'ਚ ਵੀ ਕੋਈ ਗਾਂਜਾ ਰੱਖ ਕੇ ਚਲ ਗਿਆ? ਸਰ ਜਦੋਂ ਅਸੀਂ ਆਪਣੀ ਗੱਡੀ ਥੱਲੇ ਆਪਣੇ ਘਰ ਦੇ ਪਾਰਕ ਕਰ ਚਲ ਜਾਂਦੇ ਹਾਂ, ਫਿਰ ਉਹ ਵਕੀਲ ਹੋਵੇ ਤੇ ਚਾਹੇ ਕੋਈ ਪੁਲਿਸ ਵਾਲਾ ਹੋਵੇ ਤੇ ਚਾਹੇ ਕੋਈ ਹੋਰ ਜੁਡੀਸ਼ੀਅਲ ਆਫੀਸਰ ਹੋਏ ਜਾਂ ਕੋਈ ਪੋਲੀਟੀਕਲ ਬੰਦਾ ਹੋਵੇ, ਉਹ ਕਿਸੇ ਨਾਲ ਵੀ ਹੋ ਸਕਦਾ ਹੈ। ਐਡੀ ਕਿਹੜੀ ਤੁਹਾਡੀ ਦੁਸ਼ਮਣੀ ਪੈ ਗਈ ਕਿ ਲੋਕੀ ਤੁਹਾਡੇ ਲਈ ਸਾਜ਼ਿਸ਼ਾਂ ਰਚਣ ਲੱਗ ਪਏ? ਸਰ ਇੱਦਾਂ ਹੈਗਾ, ਮੇਰਾ 32 ਸਾਲ ਦਾ ਕੈਰੀਅਰ ਹੈ ਜੀ। ਮੈਂ ਹਾਈ ਕੋਰਟ ਤੇ ਡਿਸਟ੍ਰਿਕਟ ਕੋਰਟ ਦੋਨੋਂ ਜਗ੍ਹਾ ਪ੍ਰੈਕਟਿਸ ਕਰਦਾ। ਹੁਣ 32 ਸਾਲ ਦੇ ਕੈਰੀਅਰ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਕਿਹੜੇ ਬੰਦੇ ਨੂੰ ਮੈਨੂੰ ਕਿਸ ਤਰ੍ਹਾਂ ਦੀ ਰੰਜਿਸ਼ ਹੋ ਸਕਦੀ ਹੈ। ਅਗਰ ਇਸ ਚੀਜ਼ ਦਾ ਮੈਨੂੰ ਪਹਿਲਾਂ ਪਤਾ ਹੁੰਦਾ ਤੇ ਮੈਂ ਪੁਲਿਸ ਨੂੰ ਪਹਿਲਾਂ ਹੀ ਇਨਫੋਰਮ ਕਰ ਦਿੰਦਾ। ਹੋਇਆ ਕਿ ਸਵੇਰ ਤੋਂ ਲੈ ਕੇ ਰਾਤ ਤੱਕ, ਸਵੇਰੇ 2 ਪੁਲਿਸ ਵਾਲੇ ਆਏ ਤੁਹਾਡੇ ਕੋਲ ਗੱਡੀ ਚੈੱਕ ਕਰਨ ਲਈ, ਔਰ ਰਾਤ ਨੂੰ ਵੇਖਿਆ ਤੇ DSP ਸਾਹਿਬ ਵੀ ਉੱਥੇ ਸੀਗੇ ਤੇ 25 ਮੁਲਾਜ਼ਮ ਪੁਲਿਸ ਵਾਲੇ ਜਿਵੇਂ ਤੁਸੀਂ ਦੱਸਦੇ ਹੋ ਉੱਥੇ ਸੀਗੇ। ਇਹ ਸਵੇਰ ਤੋਂ ਲੈ ਕੇ ਰਾਤ ਤੱਕ ਕਹਾਣੀ ਕੀ ਬਣ ਗਈ? ਸਰ ਮੈਂ ਕਰੀਬ 3:30 ਵਜੇ ਮੈਂ ਆਪਣਾ ਹਾਈ ਕੋਰਟ ਤੋਂ ਵਾਪਸ ਘਰ ਚਲੇ ਗਏ ਜੀ। ਉਸ ਤੋਂ ਬਾਅਦ ਮੇਰੇ ਕੋਈ ਰਿਲੇਟਿਵ ਦਾ ਬੱਚਾ ਸੀਗਾ, ਬੱਚਾ ਹੈ ਜਿਹੜਾ ਕੋਈ 2.5 ਸਾਲ ਦਾ ਹੈਗਾ, ਉਹਦਾ ਮੈਂ ਔਰ ਮੇਰੀ ਵਾਈਫ ਅਸੀਂ 7:30 ਵਜੇ ਕਰੀਬ ਅਸੀਂ ਜਨਰਲ ਹਸਪੀਟਲ ਸੈਕਟਰ 32 'ਚ ਉਹਨੂੰ ਦੇਖਣ ਗਏ। ਉਸ ਤੋਂ ਬਾਅਦ ਦੇਖਿਆ ਕਿ ਉਹ ਚਲੋ ਠੀਕ ਹੈ। ਉਸ ਤੋਂ ਬਾਅਦ ਉਹਨੂੰ ਡਿਸਚਾਰਜ ਕਰਵਾ ਕੇ ਕਰੀਬ 9:20 ਤੇ ਮੈਂ ਆਪਣੇ ਸੈਕਟਰ ਘਰ 15 ਸੈਕਟਰ ਆ ਗਿਆ। ਗੱਡੀ ਮੈਂ ਨੀਚੇ ਖੜੀ ਕਰਕੇ ਤੇ ਮੈਂ ਉੱਪਰ ਅੰਦਰ ਚਲੇ ਗਿਆ। ਤੇ ਉਸ ਤੋਂ ਬਾਅਦ ਮੈਂ ਕੋਈ 15 ਮਿੰਟ ਪੌਣੇ 11 ਵਜੇ ਦੋ ਪੁਲਿਸ ਵਾਲੇ ਮੇਰੇ ਘਰ ਆਏ ਨੇ। ਕਹਿੰਦੇ ਜੀ 68 ਨੰਬਰ ਗੱਡੀ ਤੁਹਾਡੀ ਆ ਹੋਂਡਾ? ਮੈਂ ਕਿਹਾ ਬਿਲਕੁਲ ਮੇਰੀ ਹੈ ਜੀ। ਕਹਿੰਦੇ ਤੇ ਇੱਕ ਵਾਰੀ ਆ ਜਾਓ, ਤੁਸੀਂ ਗੱਡੀ ਚੈੱਕ ਕਰਨੀ ਹੈ। ਮੈਂ ਕਿਹਾ ਕੀ ਪ੍ਰੋਬਲਮ ਹੋ ਗਈ? ਕਹਿੰਦੇ ਜੀ ਇੱਕ ਵਾਰੀ ਆ ਜਾਓ। ਉਹਨਾਂ ਨੇ ਮੈਨੂੰ ਦੱਸਿਆ ਨਹੀਂ। ਹਾਂ ਮੈਂ ਜ਼ਰੂਰ ਥੋੜ੍ਹਾ ਜਿਹਾ, ਕਿਉਂ ਬਿਕੋਜ਼ ਆਈ ਬਿਲੋਂਗ ਟੂ ਅ ਲੀਗਲ ਪ੍ਰੋਫੈਸ਼ਨ। ਮੈਂ ਕਿਹਾ ਜੀ ਤੁਸੀਂ ਮੈਨੂੰ ਇੱਕ ਵਾਰੀ ਦੱਸੋ ਤਾਂ ਸਹੀ, ਤੂੰ ਪ੍ਰੋਬਲਮ ਕੀ ਹੋਈ ਹੈ? ਹਾਂ ਮੇਰੇ ਇਹਨਾਂ ਦੇ ਕਹਿਣ ਨਾਲ ਕਹਿੰਦੇ ਜੀ ਇਹ ਗੱਡੀ ਦੀ ਕੋਈ ਐਕਸੀਡੈਂਟ ਕਰਕੇ ਆਈ ਹੈਗੀ ਆ। ਮੈਂ ਕਿਹਾ ਚਲੋ ਠੀਕ ਹੈ। ਫਿਰ ਉਹਨਾਂ ਨੇ ਤੁਹਾਨੂੰ ਆ ਕੇ ਕਿਹਾ ਕਿ ਤੁਹਾਡੀ ਗੱਡੀ ਕਿਤੇ ਐਕਸੀਡੈਂਟ ਕਿਸੇ 'ਚ ਵੱਜ ਕੇ ਆਈ ਹੈ, ਇਸ ਕਰਕੇ ਗੱਡੀ ਚੈੱਕ ਕਰਨਾ? ਬਿਲਕੁਲ ਇਹੀ ਕਿਹਾ ਜੀ, ਐਕਸੀਡੈਂਟ ਕਰਕੇ ਆਈ ਹੈ। ਹਾਂ ਮੈਂ ਕਿਹਾ ਜੀ ਮੇਰੀ ਸੈਂਟਰ ਲੌਕਿੰਗ ਮੈਂ ਉਹਨਾਂ ਨੂੰ ਆਪਣਾ ਅਨਲੌਕ ਕਰਤੀ ਤੇ ਮੈਂ ਨਾਲ ਥੋੜ੍ਹਾ ਜਿਹਾ ਇੱਕ ਰੋਸ਼ ਵੀ ਪ੍ਰਗਟ ਕੀਤਾ। ਮੈਂ ਕਿਹਾ ਯਾਰ ਇਹ ਗੱਲ ਗਲਤ ਹੈਗੀ ਹੈ। ਇੱਦਾਂ ਤੁਸੀਂ ਇੱਕ ਵਕੀਲ ਦੇ ਘਰੇ ਆ ਕੇ ਕਹੋ ਜੀ ਗੱਡੀ ਹੈ, ਤੁਸੀਂ ਗੱਡੀ ਚੈੱਕ ਕਰਨੀ ਹੈ। ਗੱਡੀ ਨੇ ਜੇ ਐਕਸੀਡੈਂਟ ਕੀਤਾ ਹੋਏਗਾ ਗੱਡੀ ਅੰਦਰੋਂ ਥੋੜ੍ਹਾ ਕਰੇਗੀ, ਗੱਡੀ ਦਾ ਐਕਸੀਡੈਂਟ ਤਾਂ ਬਾਹਰੋਂ ਹੀ ਹੋਏਗਾ, ਤੁਸੀਂ ਬਾਹਰੋਂ ਚੈੱਕ ਕਰ ਲਓ। ਹਾਂ ਉਹਨਾਂ ਨੇ ਫਿਰ ਇਹ ਦੇਖ ਦੂਖ ਕੇ ਤੇ ਉਸ ਤੋਂ ਬਾਅਦ ਆਪਣਾ
ਨਾਲ ਦੀ ਨਾਲ ਉਹ ਕਹਿੰਦੇ ਜੀ ਸਾਨੂੰ ਗਲਤ ਇਨਫੋਰਮੇਸ਼ਨ ਮਿਲ ਗਈ ਤੇ ਇਹ ਗੱਡੀ ਦਾ ਨੰਬਰ ਉਹ ਨਹੀਂ ਹੈ ਜਾਂ ਪਤਾ ਨਹੀਂ ਕੀ ਕੁਝ ਕਹਿ ਕੇ ਉਹ ਆਪਣਾ ਨਿਕਲ ਗਏ। ਉਸ ਤੋਂ ਬਾਅਦ ਫਿਰ ਕਰੀਬ 1 ਵਜੇ ਤੋਂ ਬਾਅਦ ਫਿਰ 3-4 ਬੰਦੇ ਮੇਰੇ ਘਰ ਦੁਬਾਰਾ ਆਉਂਦੇ ਨੇ। ਮੈਂ ਆਪਣਾ ਕੈਮਰੇ CCTV 'ਚ ਅੰਦਰੋਂ ਸਕਰੀਨ ਤੇ ਦੇਖਿਆ, ਮੈਂ ਕਿਹਾ ਪੁਲਿਸ ਵਾਲੇ ਨੇ ਆਏ, ਫਿਰ ਆਏ ਨੇ। ਮੈਂ ਫਿਰ ਦਰਵਾਜ਼ਾ ਖੋਲ੍ਹਤਾ, ਫਿਰ ਉਹ ਮੈਨੂੰ ਕਹਿੰਦੇ ਜੀ ਗੱਡੀ 68 ਨੰਬਰ ਤੁਹਾਡੀ ਹੈ। ਮੈਂ ਕਿਹਾ ਬਿਲਕੁਲ ਮੇਰੀ ਹੈ ਜੀ। ਕਹਿੰਦੇ ਇੱਕ ਵਾਰੀ ਥੱਲੇ ਆਓਗੇ। ਮੈਂ ਕਿਹਾ ਯਾਰ ਕੋਈ ਫਿਲਮ ਥੋੜ੍ਹਾ ਚੱਲ ਰਹੀ ਹੈਗੀ ਹੈ, ਤੁਸੀਂ ਘੰਟੇ ਬਾਅਦ ਆਈ ਜਾਂਦੇ ਹੋ ਯਾਰ। ਤੇ ਕਹਿੰਦੇ ਨਹੀਂ ਜੀ DSP ਸਾਹਿਬ ਆਏ ਨੇ ਤੇ ਇੱਕ ਵਾਰੀ ਤੁਸੀਂ ਆ ਕੇ ਜਾ ਜਾਓ। ਮੈਂ ਫਿਰ ਆ ਗਿਆ, ਮੈਂ ਕਿਹਾ ਚਲੋ ਆ ਜਾਓ। ਕਹਿੰਦੇ ਜੀ ਗੱਡੀ, ਮੈਂ ਕਿਹਾ ਲਓ ਖੋਲ੍ਹਤੀ। ਕਹਿੰਦੇ ਜੀ ਦੇਖ ਖੋਲ੍ਹ ਲਓ ਇਹਨੂੰ, ਦੱਸੋ 1 ਮਿੰਟ ਖੋਲ੍ਹ ਲਓ ਇਹਨੂੰ। ਮੈਂ ਕਿਹਾ ਮੈਂ ਗੱਡੀ ਖੋਲ੍ਹਤੀ, ਹੁਣ ਤੁਸੀਂ ਬਾਕੀ ਚੈੱਕ ਕਰ ਲਓ ਜਿਹੜੀ ਕਰਨੀ ਹੈਗੀ ਹੈ। ਉਸ ਤੋਂ ਬਾਅਦ ਜੀ ਉਹਨਾਂ ਨੇ ਗੱਡੀ ਦੀ ਡਿੱਗੀ ਵਗੈਰਾ ਚੈੱਕ ਕੀਤੀ ਤੇ ਮੈਂ ਕਿਹਾ ਤੁਸੀਂ ਕਰ ਲਓ। ਉਹਨਾਂ ਨੇ ਫਿਰ 10-12 ਬੰਦੇ ਸੀਗੇ ਉੱਥੇ ਗੱਡੀ ਚੈੱਕ ਕਰ ਰਹੇ ਸੀ, ਜਦੋਂ ਬਾਕੀ ਪਿੱਛੇ ਖੜੇ ਸੀਗੇ DSP ਵਗੈਰਾ। ਕੀ ਕਹਿੰਦੇ ਆ ਕੀ ਉਹਨਾਂ ਨੇ ਜਦੋਂ ਕੱਢਿਆ? ਜਦੋਂ ਦੇਖਿਆ ਤੇ ਕਹਿੰਦੇ ਜੀ ਇਹ ਕੀ ਹੈ? ਮੈਂ ਕਿਹਾ ਕੀ ਹੈ ਜੀ? ਕਹਿੰਦੇ ਆ ਆਪਣਾ, ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਕੀ ਹੈਗਾ। ਕਹਿੰਦੇ ਜੀ ਇਹ ਦੇਖਣ ਨੂੰ ਤੇ ਕਹਿੰਦੇ ਗਾਂਜਾ ਲੱਗਦਾ ਹੈਗਾ। ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਗਾਂਜੇ ਦੀ ਕਦੀ ਸ਼ਕਲ ਨਹੀਂ ਦੇਖੀ ਅੱਜ ਤੱਕ। ਤੇ ਕਹਿੰਦੇ ਜੀ ਫਿਰ ਉਹਨਾਂ ਨੇ ਕਹਿੰਦੇ ਜੀ ਆ ਕੇ ਦੇਖੋ। ਮੈਂ ਕਿਹਾ ਮੈਂ ਤਾਂ ਨਹੀਂ ਆਵਾਂਗਾ ਕਿਉਂਕਿ ਇਹ ਪ੍ਰਾਪਰਟੀ ਮੇਰੀ ਨਹੀਂ ਹੈ, ਚੀਜ਼ ਮੇਰੀ ਨਹੀਂ ਹੈ, ਮੈਨੂੰ ਕੀ ਪਤਾ ਕੀ ਹੈਗਾ। ਕਹਿੰਦੇ ਜੀ ਗੱਡੀ ਤਾਂ ਤੁਹਾਡੀ ਹੈ। ਮੈਂ ਕਿਹਾ ਬਿਲਕੁਲ ਮੇਰੀ ਗੱਡੀ। ਹੁਣ ਮੇਰੀ ਗੱਡੀ 'ਚ ਕੋਈ ਕਿੱਦਾਂ ਰੱਖ ਗਿਆ ਰੱਬ ਜਾਣੇ, ਮੇਰਾ ਕੁਝ ਨਹੀਂ ਹੈਗਾ ਹੈ। ਫਿਰ ਉਹਨਾਂ ਨੇ ਥੋੜ੍ਹਾ ਜਿਹਾ, ਹੁਣ ਪੁਲਿਸ ਵਾਲੇ ਮੈਨੂੰ ਧੱਕਾ ਕਰਨ ਲੱਗੇ ਤੇ ਫਿਰ ਮੈਂ ਆਪਣੇ ਯਾਰ ਦੋਸਤ, ਆਪਣੇ ਆਸ਼ੀਸ਼ ਜੀ, ਆਪਣੇ ਪ੍ਰਧਾਨ ਜੀ, ਨੰਦਾ ਜੀ, ਚੌਹਾਨ ਜੀ, ਮਤਲਬ ਹੋਰ ਜਿੰਨੇ ਵੀ ਬੰਦੇ ਸੀਗੇ ਹੈ ਨਾ ਜੀ, ਮੈਂ ਉਹਨਾਂ ਨੂੰ ਬੁਲਾਇਆ ਫੋਨ ਤੇ। ਹੋਰ ਇਹਨਾਂ ਨੇ ਆਪਸ 'ਚ ਅੱਗੇ ਕੰਟੈਕਟ ਕਰਕੇ ਰਾਤ ਨੂੰ 1-1:30 ਵਜੇ ਤੋਂ ਬਾਅਦ ਇਹ ਸਾਰੇ ਬੰਦੇ, ਇੰਨੀ ਬਹੁਤ ਬਾਰਿਸ਼ ਹੁੰਦੇ ਹੋਏ ਦੇ ਬਾਵਜੂਦ ਵੀ, ਮੀਂਹ ਪੈਂਦਾ ਪਿਆ ਸੀ ਬਿਲਕੁਲ ਜੀ, ਉਹ ਲੋਕ 20-25 ਪੁਲਿਸ ਵਾਲੇ ਤੇ ਮੇਰੇ ਯਾਰ ਦੋਸਤ 20-25 ਆ ਗਏ ਜੀ। ਫਿਰ ਅਸੀਂ ਬਿਲਕੁਲ ਉਹਨਾਂ ਨੂੰ ਕਿਹਾ ਜੀ ਤੁਸੀਂ ਦੱਸੋ। ਕਹਿੰਦੇ ਜੀ ਤੁਹਾਡੀ ਗੱਡੀ 'ਚੋਂ ਨਿਕਲਿਆ ਹੈਗਾ। ਫਿਰ ਸਭ ਨੇ ਇਹ ਕਿਹਾ, ਕਹਿੰਦੇ ਜੀ ਗੱਡੀ 'ਚ ਨਿਕਲਿਆ, ਗੱਡੀ ਪਾਰਕ ਕਰਤੀ, ਪਤਾ ਨਹੀਂ ਹੁਣ ਕਿੱਥੇ ਕਿੱਥੇ ਗੱਡੀ ਪਾਰਕ ਹੋਈ ਹੈ, ਕੀ ਹੋਇਆ, ਸਾਨੂੰ ਕੀ ਪਤਾ ਕੀ ਹੋਏਗਾ। ਤੇ ਫਿਰ ਉਹਨਾਂ ਨੇ ਬਹੁਤ ਜ਼ਿਆਦਾ, ਉਹਨਾਂ ਨੇ ਜਦੋਂ ਅਸੀਂ ਉਹਨਾਂ ਨੂੰ ਐਜੀਟੇਟ ਕੀਤਾ ਤੇ ਉਹਨਾਂ ਨੇ ਇਹਨਾਂ ਲੋਕਾਂ ਦੀ ਆਪਣਾ ਇੰਟਰਵੈਂਸ਼ਨ ਤੇ ਇਹ ਅੰਡਰਟੇਕਿੰਗ ਲੈ ਕੇ ਕਿ ਜੀ ਜਦੋਂ ਵੀ ਇਹਨਾਂ ਦੀ ਜ਼ਰੂਰਤ ਪਏਗੀ ਅਸੀਂ ਅਸੀਂ ਅਸ਼ੋਕ ਸਾਈਕਲ ਨੂੰ ਹਾਜ਼ਰ ਕਰ ਦਿਆਂਗੇ। ਔਰ ਮੈਂ ਵੀ ਕਿਹਾ ਠੀਕ ਹੈ ਜੀ, ਜਦੋਂ ਤੁਹਾਨੂੰ ਇਨਵੈਸਟੀਗੇਸ਼ਨ ਦੀ ਲੋੜ ਹੋਏਗੀ ਮੈਂ ਆਪਣੇ ਤੁਹਾਡੇ ਕੋਲ ਹਾਜ਼ਰ ਹੋ ਜਾਵਾਂਗਾ। ਅਸ਼ੋਕ ਜੀ, ਇਹ ਤਾਂ ਚਲੋ ਇੱਕ ਪਾਸੇ ਖਾਕੀ ਸੀਗੀ, ਇੱਕ ਪਾਸੇ ਕਾਲੇ ਕੋਟ ਵਾਲੇ ਵਕੀਲ ਸੀਗੇ, ਤਾਂ ਕਰਕੇ ਕਿਤੇ ਮਾਮਲਾ ਨਿਬੜ ਗਿਆ ਉੱਥੇ ਮੌਕੇ ਤੇ। ਪਰ ਜੇ ਕਿਤੇ ਕੋਈ ਆਮ ਬੰਦਾ ਹੁੰਦਾ ਉਹਨੂੰ ਤਾਂ ਚੁੱਕ ਕੇ ਲੈ ਗਈ ਸੀ ਪੁਲਿਸ। ਸਰ ਇਹੀ ਗੱਲ ਅਸੀਂ SSP ਸਾਹਿਬ ਨੂੰ ਵੀ ਕਹੀ ਸੀਗੀ ਕਿ ਜੀ ਆਮ ਬੰਦੇ ਤੇ ਐਡਵੋਕੇਟ ਦੇ ਵਿੱਚ ਇਹ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਹੈਗਾ। ਪੁਲਿਸ ਨੂੰ ਜਿਹੜੀ ਇਨਵੈਸਟੀਗੇਸ਼ਨ ਹੈ ਫੇਅਰ ਕਰਨੀ ਚਾਹੀਦੀ ਹੈ। ਤੇ SSP ਸਾਹਿਬ ਨੇ ਵੀ ਸਾਨੂੰ, ਚਹਿਲ ਸਾਹਿਬ ਨੇ ਬਹੁਤ ਅਸ਼ੋਰੈਂਸ ਦਿੱਤੀ। ਕਹਿੰਦੇ ਜੀ ਸਾਨੂੰ ਔਨ ਦਾ ਫੇਸ ਆਫ ਇਟ ਲੱਗ ਰਿਹਾ ਕਿ ਇਹ ਪਲਾਂਟ ਕੀਤਾ ਗਿਆ ਹੈ। ਔਰ ਅਗਰ ਐਸਾ ਕੋਈ ਪ੍ਰੋਬਲਮ ਕਿਸੇ ਆਮ ਬੰਦੇ ਨਾਲ ਵੀ ਹੋਏਗੀ, ਇੱਦਾਂ ਦੀ ਗੱਲ ਨਹੀਂ ਹੈ। ਜਿਹੜੀ ਚੰਡੀਗੜ੍ਹ ਪੁਲਿਸ ਹੈ ਉਹ ਫੇਅਰ ਇਨਵੈਸਟੀਗੇਸ਼ਨ ਕਰੇਗੀ। ਤੇ ਇਹ ਮੇਰੇ ਹਿਸਾਬ ਨਾਲ ਜੋ ਸਾਡੇ ਸ਼ਹਿਰ ਦੇ ਪੁਲਿਸ ਪ੍ਰਮੁੱਖ ਨੇ, ਸਾਨੂੰ ਉਹਨਾਂ 'ਤੇ ਪੂਰਾ ਵਿਸ਼ਵਾਸ ਹੈ। ਔਰ ਮੇਰੇ ਹਿਸਾਬ ਨਾਲ ਆਮ ਜਨਤਾ ਨੂੰ ਵੀ ਹੋਣਾ ਚਾਹੀਦਾ ਹੈ। ਤੇ ਜਿਹੜੇ 2 ਗਾਰਡ ਤੁਹਾਨੂੰ ਮਿਲੇ ਉਹ ਕਿਵੇਂ ਮਿਲੇ ਉਹ ਤੁਹਾਨੂੰ? ਇਸ ਕਰਕੇ ਮਿਲੇ ਨੇ ਜੀ, ਉਹ ਕਿਉਂਕਿ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਜਿਹੜਾ ਬੰਦਾ ਇਹ ਰੱਖ ਸਕਦਾ ਹੈਗਾ। ਹਾਂ, ਇੱਥੇ ਇੱਕ ਗੱਲ ਆ ਗਈ ਆਮ ਬੰਦੇ ਦੀ ਤੇ ਇੱਕ ਵਕੀਲ ਦੀ। ਮੈਂ ਕਿਹਾ ਜੀ ਅਸੀਂ ਲੋਕਾਂ ਦੇ ਕੇਸ ਲੜਦੇ ਹਾਂ, ਕੋਈ ਕ੍ਰਿਮੀਨਲ ਵੀ ਨੇ, ਕੋਈ ਸਿਵਲ ਕੇਸਿਸ ਵੀ ਆਉਂਦੇ ਨੇ। ਇਸ ਕਰਕੇ ਮੈਨੂੰ ਨਹੀਂ ਪਤਾ ਵੀ ਕਿਹੜਾ ਬੰਦਾ ਹੋ ਸਕਦਾ ਹੈਗਾ। ਔਰ ਜਿਹੜਾ ਬੰਦਾ ਇੰਨੀ ਉਹ ਕਰ ਸਕਦਾ ਹੈਗਾ, ਹਿੰਮਤ ਕਰ ਸਕਦਾ ਹੈਗਾ ਕਿ ਜਿਹੜਾ ਬੰਦਾ ਆਪਣਾ ਰੋਜ਼ ਕੋਰਟਸ ਜਾਂਦਾ ਹੈ ਔਰ ਜੱਜਿਸ ਦੇ ਅੱਗੇ ਪੇਸ਼ ਹੁੰਦਾ ਹੈ, ਲੋਕਾਂ ਦੇ ਕੇਸਿਸ ਕਰਦਾ ਹੈ, ਅਗਰ ਉਹ ਇੱਕ ਐਸਾ ਬੰਦਾ ਇੱਕ ਐਡਵੋਕੇਟ ਦੇ ਨਾਲ ਕਰ ਸਕਦਾ ਹੈ, ਤੇ ਮੈਨੂੰ ਲੱਗਦਾ ਕਿ ਅਗਰ ਉਹ ਇਸ ਪਲਾਂਟ ਕਰਨ ਦੇ ਵਿੱਚ ਮਤਲਬ ਉਹ ਅਨਸਕਸੈਸਫੁਲ ਹੋ ਗਿਆ ਹੈਗਾ ਤੇ ਉਹ ਵਾਕਈ ਉਹ ਡੈਸਪਰੇਟ ਹੋ ਜਾਏਗਾ, ਉਹ ਕੁਝ ਵੀ ਕਰ ਸਕਦਾ ਹੈਗਾ। ਇਸ ਕਰਕੇ ਮੈਨੂੰ ਲੱਗਦਾ ਹੈ ਉਹ ਮੈਨੂੰ ਐਲੀਮੀਨੇਟ ਕਰਨ ਦੀ ਵੀ ਕੋਸ਼ਿਸ਼ ਕਰ ਸਕਦਾ ਹੈ। ਇਸ ਕਰਕੇ ਆਪਣਾ SSP ਸਾਹਿਬ ਨੇ ਮੈਨੂੰ ਤੁਰੰਤ ਘੰਟੇ ਬਾਅਦ ਹੀ ਆਪਣਾ 3 ਗਾਰਡ ਦੇਤੇ ਨੇ, ਜਿਹੜੇ ਕਿ ਰੋਟੇਸ਼ਨ ਵਾਈਜ਼ ਮੇਰੇ 24 ਆਵਰਸ ਮੇਰੀ ਸਿਕਿਉਰਿਟੀ ਦਿੱਤੀ। ਇਹ ਤਾਂ ਬੜਾ ਸੌਖਾ ਤਰੀਕਾ ਕਿ ਇਹਨਾਂ ਰੜਕ ਕੱਢਣੀ ਹੋਵੇ ਤੇ ਕਿਸੇ ਦੀ ਗੱਡੀ 'ਚ ਕੁਝ ਰੱਖ ਦੋ ਲਾ ਕੇ ਤੁਸੀਂ, ਤੇ ਬੜਾ ਸੌਖਾ ਤਰੀਕਾ ਹੈਗਾ, ਉਹਨੂੰ ਅੰਦਰ ਕਰਾ ਦੋਗੇ। ਹੈ ਇਹ ਤਾਂ ਜੀ ਜਿਹਨੇ ਰੱਖਿਆ ਹੈ ਉਹਨੂੰ ਪਤਾ ਹੋਏਗਾ। ਜੇ ਇਹ ਰੜਕ ਇੱਦਾਂ ਨਿਕਲ ਜਾਂਦੀ ਤੇ ਅੱਜ ਮੈਂ ਜੇਲ੍ਹ ਦੇ ਅੰਦਰ ਹੁੰਦਾ ਜੀ। ਠੀਕ ਹੈ ਨਾ ਜੀ। ਰੱਬ ਉੱਪਰ ਰੱਬ ਹੈ, ਥੱਲੇ ਯਾਰ ਦੋਸਤ ਨੇ ਜੀ। ਬਾਕੀ ਜੋ ਤੁਸੀਂ ਆਪਣੀ ਸਾਰੀ ਉਮਰ 'ਚ ਜਿਹੜੇ ਕਰਮ ਕੀਤੇ ਨੇ ਜੀ। ਔਰ ਉਸ ਤੋਂ ਵੀ ਇੱਕ ਹੋਰ ਗੱਲ ਕਿ ਸ਼ਹਿਰ 'ਚ ਜੇ ਤੁਹਾਡਾ ਪੁਲਿਸ ਪ੍ਰਮੁੱਖ ਵਧੀਆ ਹੋਏਗਾ, ਤੁਹਾਡੇ ਆਪਣੇ ਪ੍ਰਧਾਨ ਵਧੀਆ ਹੋਣਗੇ, ਤੁਹਾਡਾ ਸਾਥ ਵਧੀਆ ਹੋਏਗਾ, ਤੁਹਾਡੀ ਸੁਸਾਇਟੀ ਵਧੀਆ ਹੋਏਗੀ, ਔਰ ਜੋ ਤੁਸੀਂ ਆਪਣੇ 32 ਸਾਲ ਦੇ ਕੈਰੀਅਰ 'ਚ ਕੀਤਾ ਹੋਏਗਾ ਉਹ ਤਾਂ ਨਾਲ ਚੱਲੇਗਾ ਜੀ। ਅੱਛਾ, ਤੁਸੀਂ ਇੱਕ ਚੀਜ਼ ਕਹਿੰਦੇ ਹੋ ਕਿ ਗੱਡੀ 'ਚ ਕੋਈ ਰੱਖ ਕੇ ਚਲ ਗਿਆ, ਜਾਂ ਤਾਂ ਕਿਸੇ ਤੁਹਾਡੀ ਚਾਬੀ ਕਿਸੇ ਦੇ ਹੱਥ ਲੱਗੀ ਹੋਵੇ ਤੇ ਜਾਂ ਕਿਸੇ ਨੇ ਚਾਬੀ ਬਣਵਾਈ ਹੋਵੇ, ਜਾਂ ਕੋਈ ਸਿਸਟਮ ਉਹਨੇ ਇਹੋ ਜਿਹਾ ਤਿਆਰ ਕੀਤਾ ਹੋਵੇ। ਬਿਲਕੁਲ ਠੀਕ। ਕੋਈ ਇਸੇ ਤਰੀਕੇ ਦਾ ਕੋਈ ਸ਼ੱਕ ਤੁਹਾਨੂੰ ਕੁਝ ਹੈਗਾ ਕਿ ਕਿੱਦਾਂ ਰੱਖਿਆ ਗਿਆ ਹੋਵੇਗਾ? ਬਿਲਕੁਲ ਠੀਕ ਪੁੱਛਿਆ ਤੁਸੀਂ। ਮੈਂ ਜਦੋਂ ਇਹ ਪੁਲਿਸ ਵਾਲੇ ਆਏ ਜੀ, ਉਸ ਤੋਂ ਬਾਅਦ ਜਦੋਂ ਇਹ ਚਲੇ ਗਏ, ਉਸ ਤੋਂ ਬਾਅਦ ਮੈਂ ਆਪਣੀ CC ਫੁਟੇਜ, ਜਿਹੜੇ ਮੇਰੇ ਘਰ ਕੈਮਰੇ ਲੱਗੇ ਹੋਏ ਨੇ, ਮੈਂ ਉਹਨਾਂ ਨੂੰ ਫਿਰ ਰਿਕਾਰਡਿੰਗ ਜਿਹੜੀ ਹੈ ਉਹ ਚੈੱਕ ਕਰਵਾਈ। ਆਪਣੇ ਕੈਮਰਾ ਜਿਹੜਾ ਮੇਰਾ ਬੰਦਾ ਹੈਗਾ ਜਿਹੜਾ CCTV ਲਗਾਉਂਦਾ ਹੈ, ਉਹ ਆਇਆ, ਉਹਨੇ ਕਰੀਬ ਸ਼ਾਮ 4:30-5 ਵਜੇ ਉਹਨੇ ਦੇਖਿਆ। ਅਸੀਂ ਫਿਰ ਉਹਨੂੰ, ਜਦੋਂ ਮੈਂ ਗੱਡੀ ਪਾਰਕ ਕੀਤੀ ਹੈ ਕੋਰਟ ਤੋਂ ਆ ਕੇ, ਠੀਕ ਹੈ ਜੀ,
ਕੋਰਟ ਤੋਂ ਬਾਅਦ ਮੈਂ ਮਾਰਕੀਟ ਗਿਆ। ਉਸ ਤੋਂ ਬਾਅਦ ਜਦੋਂ ਮੈਂ ਘਰ ਆਇਆ ਔਰ ਹਸਪੀਟਲ ਤੋਂ ਆਇਆ, ਮੈਂ ਉਹ ਸਾਰੀ ਗੱਡੀ ਦੀ ਜਿਹੜੀ ਹੈ CCTV ਬੈਕ ਤੋਂ ਦੇਖੀ ਹੈ 3:30 ਵਜੇ ਔਨਵਰਡ, ਤੇ ਮੈਂ ਦੇਖਿਆ ਕਿ ਜਦੋਂ ਮੈਂ 2:20 ਤੇ ਹਸਪੀਟਲ ਤੋਂ ਵਾਪਸ ਆਇਆ, ਇਮੀਡੀਏਟਲੀ ਆਫਟਰ 10 ਮਿੰਟ ਤੋਂ ਬਾਅਦ ਮੇਰੀ ਗੱਡੀ ਇੱਕ ਸਟ੍ਰੈਚ 'ਚ 20 ਵਾਰੀ ਬਲਿੰਕ ਹੋਈ ਹੈ, ਜਿਹੜੀ ਕਿ ਆਰਡੀਨਰੀ ਕੋਰਸ ਦੇ ਵਿੱਚ ਨਹੀਂ ਹੁੰਦੀ। ਤੁਸੀਂ ਇੱਕ ਵਾਰੀ ਚਾਬੀ ਲਗਾਓਗੇ, ਤੁਸੀਂ ਚਾਬੀ ਤੋਂ ਬਗੈਰ ਉਹਨੂੰ ਆਪਣਾ ਸੈਂਟਰ ਲੌਕਿੰਗ ਨੂੰ ਔਨ ਆਫ ਕਰੋਗੇ, ਇੱਕ ਜਾਂ ਦੋ ਵਾਰੀ ਔਨ ਹੋਣ ਵੇਲੇ ਜਾਂ ਆਫ ਹੋਣ ਵੇਲੇ ਕਰੇਗੀ। ਇਹ ਇੱਥੇ ਜਦੋਂ ਤੁਸੀਂ ਕੋਈ ਵੀ ਬੰਦਾ ਮੇਰੇ ਹਿਸਾਬ ਨਾਲ ਕਿਸੇ ਵੀ ਗੱਡੀ ਦੇ ਦਰਵਾਜ਼ੇ ਦੇ ਨਾਲ ਸੈਂਟਰ ਲੌਕਿੰਗ ਲੱਗੀ ਦੇ ਨਾਲ ਛੇੜਖਾਨੀ ਕਰੇਗਾ ਤੇ ਉਹ ਉੱਦਾਂ ਹੀ ਲਾਈਟ 20 ਵਾਰੀ ਬਲਿੰਕ ਹੋਈ ਹੈ ਜਿੱਦਾਂ ਕਿ ਮੇਰੀ ਗੱਡੀ ਦੀ ਹੋਈ ਹੈ। ਉਹ ਸਾਨੂੰ ਉਹਦੇ ਤੋਂ ਆਪਣੀ CC ਫੁਟੇਜ ਤੋਂ ਮਿਲਿਆ। ਇਸ ਕਰਕੇ ਸਾਨੂੰ ਪੂਰਾ ਅੰਦਾਜ਼ਾ ਹੋ ਗਿਆ ਕਿ ਮੇਰੀ ਗੱਡੀ ਪਾਰਕ ਕਰਨ ਤੋਂ ਬਾਅਦ ਇਹ ਸਾਰਾ ਜਿਹੜਾ ਹੈ ਕੰਮ ਹੋਇਆ। ਅੱਛਾ, CCTV ਦੇ ਵਿੱਚ ਬਲਿੰਕਿੰਗ ਤੁਹਾਨੂੰ ਨਜ਼ਰ ਆਈ? ਕੋਈ ਬੰਦਾ ਨੇੜੇ ਤੇੜੇ ਨਜ਼ਰ ਆਇਆ, ਕੋਈ ਰੱਖਦਾ ਆਇਆ? ਐਕਚੁਅਲੀ ਕੀ ਹੋਇਆ ਜੀ, ਮੇਰੇ ਘਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈਗਾ। ਮੈਂ ਆਪਣਾ ਜਿਹੜੀ ਉਹ ਗੱਡੀ ਹੈ ਆਪਣੇ ਨਾਲ ਦੇ ਘਰ ਜਿਹੜੀ ਹੈਗੀ ਆ ਉਹਨਾਂ ਦੇ ਘਰ ਦੀ ਦੀਵਾਰ ਦੇ ਨਾਲ ਲਗਾਈ ਸੀਗੀ, ਤੇ ਮੇਰੀ ਗੱਡੀ ਦਾ ਅੱਧਾ ਹਿੱਸਾ ਜਿਹੜਾ ਹੈਗਾ ਫਰੰਟ ਜਿਹੜਾ ਬੋਨਟ ਵਾਲਾ ਹਿੱਸਾ, ਉਹਦੇ ਤੇ ਮੇਰੇ ਘਰ ਦੇ ਜਿਹੜਾ ਕੈਮਰੇ ਲੱਗੇ ਨੇ ਉਹਨਾਂ ਦੇ ਓਪੋਜ਼ਿਟ ਸੀਗੇ, ਇਸ ਕਰਕੇ ਉਹਦਾ ਹਾਫ ਪੋਰਸ਼ਨ ਆਇਆ। ਜਿਹੜਾ ਪਿਛਲਾ ਪੋਰਸ਼ਨ ਆਇਆ ਜਿਹਦੇ 'ਚ ਉਹਨੇ ਬੰਦੇ ਨੇ ਦਰਵਾਜ਼ਾ ਕਿਸੇ ਵੀ ਹਿਸਾਬ ਨਾਲ ਖੋਲ ਕੇ ਤੇ ਉਹ ਸਮਾਨ ਰੱਖਿਆ, ਉਹ ਐਕਚੁਅਲੀ ਘਰ ਦੇ ਅੱਗੇ ਜਿਹੜੀ ਬਾੜ ਲੱਗੀ ਫੈਂਸਿੰਗ ਹੋਈ ਹੈ, ਉਹ ਉਸ ਕਰਕੇ ਉਸ ਦਰਵਾਜ਼ੇ ਦੀ ਬੈਕ ਉਸ 'ਚ ਨਹੀਂ ਦਿਖ ਰਹੀ ਸੀਗੀ। ਇਸ ਕਰਕੇ ਇਹ ਨਹੀਂ ਪਤਾ ਲੱਗਿਆ ਕਿ ਉਹ ਬੰਦਾ ਮਤਲਬ ਕਿੱਦਾਂ ਉਹ ਰੱਖ ਕੇ ਗਿਆ, ਉਹਨੇ ਦਰਵਾਜ਼ਾ ਕਿੱਦਾਂ ਖੋਲ੍ਹਿਆ ਹੈਗਾ। ਸੋ ਇਹ ਸੀਗੇ ਅਸ਼ੋਕ ਸਹਿਗਲ। ਜਿਸ ਤਰੀਕੇ ਦੇ ਨਾਲ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸਿਆ ਸੀਗਾ ਕਿ ਇਹਨਾਂ ਦਾ ਕਹਿਣਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ, ਇੱਕ ਛੜਯੰਤਰ ਦੇ ਤਹਿਤ, ਇੱਕ ਕੌਨਸਪੀਰੇਸੀ ਦੇ ਤਹਿਤ ਇਹਨਾਂ ਦੀ ਗੱਡੀ ਦੇ ਵਿੱਚ 1 ਕਿਲੋ ਗਾਂਜਾ ਰੱਖ ਦਿੱਤਾ ਗਿਆ, ਪੌਪੀ ਹਸਕ ਰੱਖੀ ਗਈ ਹੈ। ਉਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਨ ਵੀ ਆਈ, ਲੇਕਿਨ ਅੰਡਰਟੇਕਿੰਗ ਤੋਂ ਬਾਅਦ ਕਿਹਾ ਗਿਆ ਕਿ ਇਨਵੈਸਟੀਗੇਸ਼ਨ ਦਾ ਹਿੱਸਾ ਬਣਨਗੇ। ਕੈਮਰੇ ਤੇ ਸਾਥ ਦੇ ਰਹੇ ਸੀਗੇ ਰਮਨੀਤ, ਮੈਂ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।